गुड मॉर्निंग स्टूडेंट्स, वेलकम टू द क्लास। ਆਪਾਂ ਪੜ੍ਹ ਰਹੇ ਸੀ ਚੈਪਟਰ ਨੰਬਰ 2 ਐਸਿਡਸ ਬੇਸਿਸ ਐਂਡ ਸੋਲਟਸ। ਹੁਣ ਆਪਾਂ ਦੇਖਾਂਗੇ ਅੱਗੇ ਦੇ ਟੌਪਿਕ ਵਟ ਡੂ ਆਲ ਐਸਿਡਸ ਐਂਡ ਆਲ ਬੇਸਿਸ ਹੈਵ ਇਨ ਕਾਮਨ। ਹੁਣ ਆਪਾਂ ਦੇਖਿਆ ਸੀ ਕੱਲ੍ਹ ਵੀ ਸਾਰੇ ਐਸਿਡਸ ਔਰ ਬੇਸਿਸ ਦੀ ਜਿਹੜੀ ਜਨਰਲ ਪ੍ਰੋਪਰਟੀਜ਼ ਨੇ ਉਹ ਸੇਮ ਹੁੰਦੀਆਂ ਨੇ। ਉਹ ਕਿਉਂ ਹੁੰਦੀਆਂ ਨੇ? ਕੁਛ ਨਾ ਕੁਛ ਤਾਂ ਸਾਰੇ ਐਸਿਡਸ ਔਰ ਸਾਰੇ ਬੇਸਿਸ 'ਚ ਕਾਮਨ ਹੋਏਗਾ। ਦੇਖੋ in section 2.1 we have seen that all acids have similar chemical properties. What leads to this similarity in properties? We saw in activity 2.3 that all acids generate hydrogen gas on reacting with metals. Hydrogen seems to be common to all the acids. Let us perform an activity to investigate whether all compounds containing hydrogen are acidic. Activity 2.8 Take solutions of glucose, alcohol, hydrochloric acid, sulfuric acid, etc. Fix 2 nails on a cork and place the cork in a 100 ml beaker. Connect the nails to the terminals of a 6-volt battery through a bulb and a switch as shown in figure 2.3. इस तरह का ਆਪਾਂ ਇੱਕ सर्किट तैयार कर लांगे. Now pour some dilute HCl in the beaker and switch on the current. Repeat with dilute sulfuric acid. What do you observe? Repeat the experiment separately with glucose and alcohol solution. What do you observe now? Does the bulb glow in all the cases? ਹੁਣ ਇਸ 'ਚ ਦੇਖੋ ਜਦੋਂ ਆਪਾਂ ਨੇ dilute HCl ਐਡ ਕਰਕੇ ਸਰਕਿਟ ਕੰਪਲੀਟ ਕੀਤਾ ਤਾਂ ਇਸ ਦੇ ਵਿੱਚ ਆਪਾਂ ਅਬਜ਼ਰਵ ਕਰਾਂਗੇ ਕਿ ਜਿਹੜਾ ਇਹ ਬਲਬ ਹੈ ਇਹ ਗਲੋ ਕਰੇਗਾ। ਗਲੋ ਮੀਨਸ ਲਾਈਟ ਅਪ ਹੋ ਜਾਏਗਾ। ਇਹ ਕਿਉਂ ਗਲੋ ਕਰੇਗਾ? ਦੈਟ ਮੀਨਸ ਆਪਾਂ ਨੂੰ ਪਤਾ ਹੈ ਕਿ ਫੋਰ ਐਗਜ਼ਾਮਪਲ ਵਾਟਰ ਲਓ ਵੀ ਵਾਟਰ ਹੈ ਜਿਹੜਾ ਉਹ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਆ। ਉਹ ਕਿਉਂ ਹੈ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ? ਬਿਕੋਜ਼ ਜਦੋਂ ਆਪਾਂ ਉਸ ਦੇ ਵਿੱਚੋਂ ਕਰੰਟ ਪਾਸ ਕਰਦੇ ਹਾਂ ਜਿਹੜੇ ਵਾਟਰ ਦੇ ਆਇਨਸ ਹੁੰਦੇ ਨੇ ਉਹ ਕਰੰਟ ਕੈਰੀ ਕਰਦੇ ਨੇ ਜਿਹਦੇ ਨਾਲ ਆਪਣਾ ਸਰਕਿਟ ਕੰਪਲੀਟ ਕਰਦੇ ਨੇ ਉਹ। ਠੀਕ ਹੈ, ਐਵੇਂ ਹੀ ਹੁਣ ਇਸ ਕੇਸ ਦੇ ਵਿੱਚ ਬਲਬ ਗਲੋ ਕਰ ਰਿਹਾ ਮਤਲਬ ਆਪਣਾ ਸਰਕਿਟ ਕੰਪਲੀਟ ਹੋ ਰਿਹਾ ਹੈ। ਉਰੇ ਕਰੰਟ ਕੈਰੀ ਕੌਣ ਕਰ ਰਿਹਾ? HCl ਆਪਾਂ ਨੇ ਇਸ ਦੇ ਵਿੱਚ ਬੀਕਰ 'ਚ ਐਡ ਕੀਤਾ ਹੋਇਆ ਮਤਲਬ HCl ਦੇ ਕੁਛ ਨਾ ਕੁਛ ਆਇਨਸ ਬਣ ਰਹੇ ਨੇ ਜਿਹੜੇ ਕਿ ਆਪਣਾ ਕਰੰਟ ਕੈਰੀ ਕਰ ਰਹੇ ਨੇ ਕੰਪਲੀਟਿੰਗ ਆਰ ਸਰਕਿਟ। ਠੀਕ ਹੈ, ਇਸ ਤੋਂ ਆਪਾਂ ਨੂੰ ਕੀ ਪਤਾ ਲੱਗਿਆ ਕਿ ਜਿਹੜਾ HCl ਹੈ ਉਹ ਆਇਨਸ ਪ੍ਰੋਡਿਊਸ ਕਰ ਰਿਹਾ। ਐਵੇਂ ਜਦੋਂ ਆਪਾਂ ਸਲਫਿਊਰਿਕ ਐਸਿਡ ਐਡ ਕਰਾਂਗੇ ਸਲਫਿਊਰਿਕ ਐਸਿਡ ਦੇ ਕੇਸ ਦੇ ਵਿੱਚ ਵੀ ਜਿਹੜਾ ਬਲਬ ਹੈ ਉਹ ਗਲੋ ਕਰੇਗਾ। ਸੇਮ ਰੀਜ਼ਨ ਬਿਕੋਜ਼ ਸਲਫਿਊਰਿਕ ਐਸਿਡ ਵੀ ਹੈ ਜਿਹੜਾ ਉਹ ਆਇਨਾਈਜ਼ ਹੋ ਜਾਂਦਾ, ਆਇਨਸ ਬਣਾਉਂਦਾ ਕੈਟਾਇਨਸ ਦੇ ਐਨਾਇਨਸ। ਪਰ ਜਦੋਂ ਆਪਾਂ ਐਲਕੋਹਲ ਔਰ ਗਲੂਕੋਸ ਐਡ ਕਰਾਂਗੇ ਉਸ ਕੇਸ 'ਚ ਆਪਾਂ ਦੇਖਾਂਗੇ ਕਿ ਜਿਹੜਾ ਬਲਬ ਹੈ ਉਹ ਗਲੋ ਨਹੀਂ ਕਰੇਗਾ ਮਤਲਬ ਆਪਣਾ ਸਰਕਿਟ ਕੰਪਲੀਟ ਨਹੀਂ ਹੋ ਰਿਹਾ। ਉਹਨਾਂ ਕੇਸਿਸ 'ਚ ਗਲੋ ਕਿਉਂ ਨਹੀਂ ਕਰੇਗਾ? ਬਿਕੋਜ਼ ਜਿਹੜਾ ਗਲੂਕੋਸ ਅਤੇ ਐਲਕੋਹਲ ਨੇ ਇਹ ਆਇਨਾਈਜ਼ ਨਹੀਂ ਹੋ ਰਹੇ ਐਂਡ ਆਇਨਸ ਨਹੀਂ ਪ੍ਰੋਡਿਊਸ ਕਰ ਰਹੇ ਜਿਹਦੇ ਕਰਕੇ ਕਰੰਟ ਕੈਰੀ ਨਹੀਂ ਹੋ ਪਾ ਰਿਹਾ। ਦੇਖੋ ਦ ਬਲਬ ਵਿਲ ਸਟਾਰਟ ਗਲੋਇੰਗ ਇਨ ਕੇਸ ਆਫ ਐਸਿਡਸ ਐਜ਼ ਸ਼ੋਨ ਇਨ ਫਿਗਰ 2.3. But you will observe that glucose and alcohol solutions do not conduct electricity. Glowing of the bulb indicates that there is a flow of electric current through the solution. The electric current is carried through acidic solution by ions. Acid contains H positive ions as cation and anions such as Cl negative in HCl, NO3 negative in HNO3, SO4 2 negative in H2SO4, CH3 COO ਨੈਗੇਟਿਵ ਇਨ CH3COOH। ਮਤਲਬ ਇਹ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਐਸਿਡਸ ਦੇ ਵਿੱਚੋਂ ਇੱਕ ਤਾਂ H ਪੋਜ਼ੀਟਿਵ ਆਇਨ ਬਣੇਗਾ ਹੀ ਬਣੇਗਾ। ਜਦ ਐਸਿਡ ਹੈ ਉਹ ਹਮੇਸ਼ਾ H ਪੋਜ਼ੀਟਿਵ ਆਇਨਸ ਬਣਾਏਗਾ ਪਲੱਸ ਬਾਕੀ ਸਾਰੇ ਕੀ ਬਣ ਰਹੇ ਨੇ ਐਨਾਇਨਸ। ਸਿੰਸ ਦ ਕੈਟਾਇਨ ਪ੍ਰੈਜ਼ੈਂਟ ਇਨ ਐਸਿਡਸ ਇਜ਼ H ਪੋਜ਼ੀਟਿਵ ਦਿਸ ਸੁਜੈਸਟ ਦੈਟ ਐਸਿਡਸ ਪ੍ਰੋਡਿਊਸ ਹਾਈਡਰੋਜਨ ਆਇਨਸ ਇਨ ਸੋਲਿਊਸ਼ਨ ਵਿਚ ਆਰ ਰਿਸਪੋਂਸੀਬਲ ਫॉर देयर ਐਸਿਡਿਕ ਪ੍ਰੋਪਰਟੀਜ਼। ਆਪਾਂ ਨੂੰ ਕੀ ਪਤਾ ਲੱਗਿਆ ਫਿਰ ਜਿਹੜਾ H ਪੋਜ਼ੀਟਿਵ ਆਇਨ ਹੈ ਕੈਟਾਇਨ ਇਹ ਕੀ ਹੈ? ਇਹ ਐਸਿਡਸ ਦੀ ਐਸਿਡਿਕ ਪ੍ਰੋਪਰਟੀ ਦੇ ਲਈ ਰਿਸਪੋਂਸੀਬਲ ਹੈ। ਰਿਪੀਟ ਦ ਸੇਮ ਐਕਟੀਵਿਟੀ ਯੂਜ਼ਿੰਗ ਐਲਕਲੀ ਸੱਚ ਐਜ਼ ਸੋਡੀਅਮ ਹਾਈਡਰੋਕਸਾਈਡ, ਕੈਲਸ਼ੀਅਮ ਹਾਈਡਰੋਕਸਾਈਡ ਐਕਸੈਟਰਾ। ਵਟ ਕੈਨ ਯੂ ਕਨਕਲੂਡ ਫਰੋਮ ਦ ਰਿਜ਼ਲਟਸ ਆਫ ਦਿਸ ਐਕਟੀਵਿਟੀ? ਹੁਣ ਜਦੋਂ ਆਪਾਂ ਸੇਮ ਐਕਟੀਵਿਟੀ ਐਲਕਲੀਜ਼ ਯਾਨੀ ਕਿ ਬੇਸਿਸ ਦੇ ਉੱਪਰ ਰਿਪੀਟ ਕਰਾਂਗੇ, ਬੇਸਿਸ ਨੂੰ ਐਲਕਲੀਜ਼ ਵੀ ਕਿਹਾ ਜਾਂਦਾ ਹੈ, ਦੇ ਉੱਪਰ ਰਿਪੀਟ ਕਰਾਂਗੇ ਤਾਂ ਆਪਾਂ ਦੇਖਾਂਗੇ ਕਿ ਉਸ ਕੇਸ ਦੇ ਵਿੱਚ ਵੀ ਜਿਹੜਾ ਬਲਬ ਹੈ ਉਹ ਗਲੋ ਕਰੇਗਾ। ਜਿਵੇਂ ਸੋਡੀਅਮ ਹਾਈਡਰੋਕਸਾਈਡ ਦੇ ਕੇਸ ਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਇੱਕ ਸਟਰੋਂਗ ਬੇਸ ਹੈ, ਇਹ ਵੀ ਆਇਨਸ ਪ੍ਰੋਡਿਊਸ ਕਰੇਗਾ, ਆਇਨਾਈਜ਼ ਹੋ ਜਾਏਗਾ।
ਇਹ ਕਿਹੜੇ ਆਇਨਸ ਬਣਾਏਗਾ, ਇਹ ਬਣਾਏਗਾ OH ਨੈਗੇਟਿਵ ਆਇਨਸ। ਜਿੰਨੇ ਬੇਸਿਸ ਹੁੰਦੇ ਨੇ ਉਹ OH ਨੈਗੇਟਿਵ ਆਇਨਸ ਲਿਬਰੇਟ ਕਰਦੇ ਨੇ, OH ਨੈਗੇਟਿਵ ਆਇਨਸ ਬਣਾਉਂਦੇ ਨੇ, ਜਿਹਦੇ ਕਰਕੇ ਕਿ ਉਹਨਾਂ ਦੀ ਬੇਸਿਕ ਪ੍ਰੋਪਰਟੀਜ਼ ਹੁੰਦੀਆਂ ਨੇ। what happens to an acid or a base in a water solution? ਦੇਖੋ ਡੂ ਐਸਿਡ, ਹੁਣ ਆਪਾਂ ਇਹ ਦੇਖਣਾ ਹੈ ਵੀ ਜਿਹੜਾ ਐਸਿਡ ਜਾਂ ਬੇਸਿਸ ਨੇ ਸਿਰਫ ਵਾਟਰ ਸੋਲਿਊਸ਼ਨ ਦੇ ਵਿੱਚ ਹੀ ਆਪਣੇ ਆਇਨਸ ਬਣਾਉਂਦੇ ਨੇ, ਜਾਂ ਇਹ ਡਰਾਈ ਵੀ ਜਿਵੇਂ ਪਾਊਡਰ ਫਾਰਮ 'ਚ ਵੀ ਆਇਨਾਈਜ਼ ਹੋ ਸਕਦੇ ਨੇ। ਦੇਖੋ ਟੇਕ ਅਬਾਊਟ 1 gram solid NaCl in a clean and dry test tube and set up apparatus as shown in figure 2.4. Add some concentrated sulfuric acid to the test tube. What do you observe? Is there gas coming out of the delivery tube? Test the gas evolved successively with dry and wet blue litmus paper. In which case does the litmus paper change the color? On the basis of the above activity, what do you infer about the acidic character of dry HCl or gas or second HCl solution? ਆਪਾਂ ਇਸ ਐਕਟੀਵਿਟੀ 'ਚ ਕੀ ਕੀਤਾ, NaCl ਜਿਹੜਾ ਕਾਮਨ ਸੋਲਟ ਹੁੰਦਾ, ਨਮਕ ਹੁੰਦਾ, ਆਪਾਂ ਘਰ 'ਚ ਯੂਜ਼ ਕਰਦੇ ਹਾਂ, ਉਸ ਨੂੰ ਲਿੱਤਾ, ਉਸ ਦੇ ਉੱਪਰ ਆਪਾਂ ਨੇ ਸਲਫਿਊਰਿਕ ਐਸਿਡ ਨੂੰ ਐਡ ਕੀਤਾ। ਜਦੋਂ ਆਪਾਂ ਦੋਨਾਂ ਦੀ ਰਿਐਕਸ਼ਨ ਕਰਾਈ ਤਾਂ ਆਪਣੇ ਕੋਲ ਕਿਹੜੀ ਗੈਸ ਬਣੇਗੀ, HCl ਐਜ਼ ਅ ਗੈਸ ਲਿਬਰੇਟ ਹੋਏਗੀ, ਮਤਲਬ ਕਿ ਬਣੇਗੀ। ਹੁਣ ਇਹਨੂੰ HCl ਨੂੰ ਆਪਾਂ ਨੇ ਚੈੱਕ ਕੀਤਾ, ਡਰਾਈ ਲਿਟਮਸ ਪੇਪਰ ਰੱਖਿਆ ਇੱਕ ਵਾਰ ਆਪਾਂ ਨੇ ਵੈਟ ਲਿਟਮਸ ਪੇਪਰ ਰੱਖਿਆ। ਆਪਾਂ ਲਿਟਮਸ ਪੇਪਰ ਆਪਾਂ ਨੂੰ ਪਤਾ ਹੈ ਕਿ ਬਲੂ ਲਿਟਮਸ ਪੇਪਰ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ ਰੈੱਡ ਕਲਰ ਦਾ ਵਿੱਚ ਚੇਂਜ ਹੋ ਜਾਂਦਾ ਹੈ। ਹੁਣ ਅਗਰ ਤਾਂ ਡਰਾਈ ਲਿਟਮਸ ਪੇਪਰ ਲਿੱਤਾ ਆਪਾਂ ਨੇ, ਡਰਾਈ ਲਿਟਮਸ ਪੇਪਰ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ, ਪਰ ਜਦੋਂ ਆਪਾਂ ਵੈਟ ਲਿਟਮਸ ਪੇਪਰ ਲਵਾਂਗੇ ਤਾਂ ਉਹ ਬਲੂ ਤੋਂ ਰੈੱਡ ਕਲਰ ਦੇਗਾ। ਇਸ ਤੋਂ ਆਪਾਂ ਨੂੰ ਕੀ ਪਤਾ ਲੱਗਿਆ ਕਿ ਜਿਹੜੇ ਆਇਨਸ ਨੇ, ਹਾਈਡਰੋਜਨ ਆਇਨਸ ਹਮੇਸ਼ਾ ਵਾਟਰ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਬਣਦੇ ਨੇ। ਦੇਖੋ ਦਿਸ ਐਕਸਪੈਰੀਮੈਂਟ ਸੁਜੈਸਟ that hydrogen ions in HCl are produced in the presence of water. The separation of H positive ions from HCl molecules cannot occur in the absence of water. ਵਾਟਰ ਦੀ ਐਬਸੈਂਸ ਦੇ ਵਿੱਚ, ਮਤਲਬ ਜਦੋਂ ਡਰਾਈ ਸਟੇਟ ਦੇ ਵਿੱਚ ਆਇਨਸ ਨਹੀਂ ਬਣਨਗੇ। ਹੁਣ ਜਦੋਂ ਆਪਾਂ HCl ਨੂੰ ਵਾਟਰ ਦੇ ਨਾਲ ਰਿਐਕਟ ਕਰਵਾਇਆ ਤਾਂ ਕੀ ਬਣੇਗਾ, H3O ਪੋਜ਼ੀਟਿਵ। ਇਹ ਹੁੰਦਾ ਹਾਈਡਰੋਨੀਅਮ ਆਇਨ, ਜਿਹੜਾ ਕਿ ਐਸਿਡਿਕ ਨੇਚਰ ਵਾਸਤੇ, ਕਿਸੇ ਵੀ ਐਸਿਡ ਦੇ ਵਿੱਚ ਐਸਿਡਿਕ ਨੇਚਰ ਵਾਸਤੇ ਰਿਸਪੋਂਸੀਬਲ ਹੁੰਦਾ ਹੈ। H ਪੋਜ਼ੀਟਿਵ ਉਹ ਵਾਟਰ ਦੇ ਨਾਲ ਜੁੜ ਕੇ ਕੀ ਬਣ ਜਾਏਗਾ, ਹਾਈਡਰੋਨੀਅਮ ਆਇਨ, ਪਲੱਸ ਕਿਹੜਾ ਕੈਟਾਇਨ ਬਣਿਆ, Cl ਨੈਗੇਟਿਵ। ਹਾਈਡਰੋਜਨ ਆਇਨਸ ਕੈਨ ਨਾਟ ਐਗਜ਼ਿਸਟ ਅਲੋਨ but exist after combining with water molecules. Thus hydrogen ions must always be shown as H positive aqueous or hydronium ions. H positive aqueous ਦਾ ਮਤਲਬ ਵੀ ਇਹੀ ਹੈ ਵੀ ਹਾਈਡਰੋਜਨ ਆਇਨ ਹੈ ਜਿਹੜਾ ਉਹ ਵਾਟਰ 'ਚ ਬਣਿਆ, ਔਰ ਹਾਈਡਰੋਨੀਅਮ ਆਇਨ ਦਾ ਵੀ ਮਤਲਬ ਇਹੀ ਹੈ ਕਿ ਜਿਹੜਾ H positive ਹੈ ਉਹ ਵਾਟਰ ਦੇ ਨਾਲ ਕੰਬਾਈਨ ਹੋ ਗਿਆ। We have seen that acids give H3O positive or H positive aqueous ion in water. Let us see what happens when a base is dissolved in water. ਹੁਣ ਆਪਾਂ ਐਸਿਡਸ ਦਾ ਤਾਂ ਦੇਖ ਲਿਆ, ਹੁਣ ਆਪਾਂ ਬੇਸਿਸ ਨੂੰ ਵਾਟਰ ਦੇ ਵਿੱਚ ਡਿਜ਼ੋਲਵ ਕਰਕੇ ਦੇਖਦੇ ਹਾਂ ਕੀ ਬਣੇਗਾ। ਉਹ ਵੀ ਆਪਣੇ ਐਨਾਇਨਸ ਔਰ ਕੈਟਾਇਨਸ ਬਣਾਉਣਗੇ। ਐਜ਼ ਕੈਟਾਇਨ ਕੀ ਬਣੂਗਾ, Na ਪੋਜ਼ੀਟਿਵ, ਔਰ ਐਨਾਇਨ ਕੀ ਹੋਊਗਾ, OH ਨੈਗੇਟਿਵ। ਇਹ OH ਨੈਗੇਟਿਵ ਹੁੰਦਾ ਜਿਹੜਾ ਇਹ ਹੁੰਦਾ ਬੇਸਿਸ ਦੇ ਬੇਸਿਕ ਨੇਚਰ ਵਾਸਤੇ ਰਿਸਪੋਂਸੀਬਲ। OH ਨੈਗੇਟਿਵ ਹੁੰਦਾ ਹਰੇਕ ਬੇਸ ਦੇ ਵਿੱਚ। ਐਵੇਂ ਅੱਗੇ ਦੇਖੋ KOH ਪੋਜ਼ੀਟਿਵ, KOH ਵਾਟਰ ਦੇ ਵਿੱਚ ਕੀ ਦੇਗਾ, K ਪੋਜ਼ੀਟਿਵ ਐਂਡ OH ਨੈਗੇਟਿਵ। OH ਨੈਗੇਟਿਵ ਤਾਂ ਹਰੇਕ ਬੇਸ ਦੇ ਵਿੱਚੋਂ ਲਿਬਰੇਟ ਹੋਣਾ ਹੀ ਹੋਣਾ ਹੁੰਦਾ। ਐਵੇਂ ਆਪਾਂ ਨੇ ਮੈਗਨੀਸ਼ੀਅਮ ਹਾਈਡਰੋਕਸਾਈਡ ਦੀ ਐਗਜ਼ਾਮਪਲ ਲਿੱਤੀ। ਬੇਸਿਸ ਜਨਰੇਟ ਹਾਈਡਰੋਕਸਾਈਡ ਆਇਨਸ ਇਨ ਵਾਟਰ। ਇਸ ਤੋਂ ਅੱਗੇ ਦੇਖੋ ਬੇਸਿਸ ਵਿਚ ਆਰ ਸੋਲਿਊਬਲ ਇਨ ਵਾਟਰ ਆਰ ਕਾਲਡ ਅਲਕਲੀਜ਼। ਉਹ ਬੇਸ ਜਿਹੜੇ ਕਿ ਪਾਣੀ ਦੇ ਵਿੱਚ ਘੁਲ ਜਾਂਦੇ ਨੇ, ਸੋਲਿਊਬਲ ਹੁੰਦੇ ਨੇ ਵਾਟਰ ਦੇ ਵਿੱਚ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਅਲਕਲੀਜ਼। Now as we have identified that all acids generate H positive aqueous and all bases generate OH negative aqueous, we can view the neutralization reaction as follows. ਆਪਾਂ ਨੂੰ ਪਤਾ ਹੈ ਨਿਊਟਰਲਾਈਜੇਸ਼ਨ ਰਿਐਕਸ਼ਨ ਕੀ ਹੁੰਦੀ ਹੈ, ਐਸਿਡ ਪਲਸ ਬੇਸ ਗਿਵਸ ਸੌਲਟ ਐਂਡ ਵਾਟਰ। ਐਸਿਡ ਆਪਾਂ ਨੇ ਲੈ ਲਿਆ ਫੋਰ ਐਗਜ਼ਾਮਪਲ HX। HX ਦੇ ਵਿੱਚ H ਪੋਜ਼ੀਟਿਵ ਹੀ ਐਸਿਡ ਦੀ ਪਹਿਚਾਣ ਹੁੰਦੀ ਹੈ। ਐਵੇਂ ਬੇਸ ਦੀ ਪਹਿਚਾਣ ਕੀ ਹੁੰਦਾ, OH ਨੈਗੇਟਿਵ। HX ਔਰ MaOH ਆਪਾਂ ਐਸਿਡ ਔਰ ਬੇਸ ਲੈ ਲਏ। ਜਦੋਂ ਇਹਨਾਂ ਦੀ ਰਿਐਕਸ਼ਨ ਕਰਵਾਈ
एक तो सॉल्ट बनना है, एक ही बनना है वाटर। H पॉजिटिव X नैगेटिव है, एवं M पॉजिटिव है OH नैगेटिव है, तो पॉजिटिव आयन हमेशा नैगेटिव के नाल कंबाइन होएगा, इसलिए MX सॉल्ट बन जाएगा और H पॉजिटिव और OH नैगेटिव की बनाएंगे वाटर। ठीक है, लेट अस सी व्हाट इज़ इन्वॉल्वड व्हेन वाटर इज़ मिक्सड विद एन एसिड और अ बेस। हुण इस दे विच आपां देखांगे भी जदों किसी भी एसिड और बेस दे विच आपां पानी ऐड करदे हां तां की हुंदा। पहली गल तां जदों आपां किसी एसिड और बेस दे विच वाटर ऐड करदे हां तो वह डिल्यूट हो जाता है। डिल्यूट मीनस जिहड़ा एसिड है वो घट जाता है। अगर आप सपोज पहला अपने कोल 5 ml एसिड सी, आप उस 10 ml वाटर ऐड करता तो टोटल क्वांटिटी तो की होगी 15 ml, बट उस एसिड का तो 1/3 रह गया। पहला 100% एसिड सी, हुण की है 33% एसिड रह गया। उस एसिड्स और बेसिस दे विच वाटर ऐड करके उन्होंने क्वांटिटी नूं घटाना किसी भी मिक्सचर च, उन्होंने कहते हैं डिल्यूशन। ਇਹਦਾ मतलब होंगे कॉन्सनट्रेशन ऑफ आयन्स, आयन्स की मात्रा, एसिड के आयन्स की मात्रा घटाती आपां ने। ठीक है, देखो सैकेंडली इस की सी कि जिहड़ा वाटर ऐड करते हैं जदों आपां, यह एक एक्सोथर्मिक रिएक्शन होंदी है। एक्सोथर्मिक रिएक्शन मतलब वो रिएक्शन जिहड़ी हीट प्रोड्यूस करे जदों होंदी है। The process of dissolving an acid or a base in water is a highly exothermic one. Care must be taken while mixing concentrated nitric acid or sulfuric acid with water. The acid must always be added slowly to water with constant stirring. जदों आपां किसी एसिड या बेस नूं डिल्यूट करना है तो आपां हमेशा एसिड नूं वाटर दे विच ऐड करांगे विद कॉन्सटेंट स्टरिंग। कॉन्सटेंट स्टरिंग मतलब उसनूं घोलते हुए, उसनूं हिलाते हुए आपां ऐड करांगे ताकि जिहड़ी हीट प्रोड्यूस हो रही है वो नाल दी नाल निकली जाए। अगर आपां बाय चांस एसिड दे विच वाटर ऐड करते हैं तो यह की हुंदा है, एक्सप्लोजिव हुंदा है, मतलब एक्सप्लोजन हो सकता है इस दे नाल। The acid must always be added slowly to water with constant stirring. If water is added to a concentrated acid, the heat generated may cause the mixture to splash out and cause burning. ये हार्मफुल हो सकता है। अगर कोई मिक्स कर रहा है तो वो ऊपर छिट्टे पै सकते हैं, बर्निंग जल सकता है वो। The glass container may also break due to excessive local heating. Look out for the warning sign on the can of concentrated sulfuric acid and on the bottle of sodium hydroxide pellets. Mixing an acid or base with water results in decrease in the concentration of ions per unit volume. Such a process is called dilution and the acid or base is said to be diluted. आगे देखो, हाउ स्ट्रॉन्ग आर एसिड और बेस सोल्यूशंस। हुण कोई एसिड और बेस सोल्यूशन किन्ने स्ट्रॉन्ग ने, उन्हां दी स्ट्रेंथ आपां नूं किवें पता लगेगी। We know how acid base indicators can be used to distinguish between an acid and a base. We have also learnt in the previous section about dilution and decrease in concentration of H positive or OH negative ions in the solution. Can we quantitatively find the amount of these ions present in a solution? Can we judge how strong a given acid or base is? मतलब भी अपन किवें पता करांगे भी कोई एसिड है या बेस है वो कितना स्ट्रॉन्ग है या कितना क वीक है। मतलब किहदे विच H पॉजिटिव आयन्स ज़्यादा ने, किहदे च H पॉजिटिव आयन्स घट ने। जिहदे विच H पॉजिटिव आयन्स ज़्यादा होणगे उहनूं कहंदे ने स्ट्रॉन्ग एसिड, जिहदे च घट होणगे उहनूं कहा जांदा है वीक एसिड। एवें जिस बेस OH नैगेटिव आयन्स ज़्यादा होणगे उहनूं कहा जांदा है स्ट्रॉन्ग बेस, जिस च घट होणगे उहनूं कहा जांदा है weak base. We can do this by making use of a universal indicator, which is a mixture of several indicators. The universal indicator shows different colors at different concentrations of hydrogen ions in a solution. A scale for measuring hydrogen ion concentration in a solution called pH scale has been developed. ਹੁਣ ਆਪਾਂ ਇਹ ਕਿਹਦੇ ਨਾਲ ਚੈੱਕ ਕਰਦੇ ਹਾਂ ਵੀ ਕਿਹੜਾ ਐਸਿਡ ਜਾਂ ਬੇਸ ਕਿੰਨਾ ਸਟਰੋਂਗ ਹੈ, pH scale ਦੇ ਨਾਲ। The P in pH stands for potence in German, meaning power. On the pH scale we can measure pH generally from 0 to 14.
ਹੁਣ ਜਿਹੜਾ pH ਸਕੇਲ ਹੁੰਦਾ ਉਹ ਕੁਛ ਇਸ ਤਰ੍ਹਾਂ ਦਾ ਹੁੰਦਾ ਜਿਸ 'ਤੇ 0 ਤੋਂ ਲੈ ਕੇ 14 ਤੱਕ ਦੀ ਵੈਲਿਊਜ਼ ਲਿਖੀਆਂ ਹੋਈਆਂ ਹੁੰਦੀਆਂ ਨੇ। ਜਿਹੜਾ 0 to 7 ਹੁੰਦਾ ਇਹ ਐਸਿਡਿਕ ਨੇਚਰ ਦੱਸਦਾ ਔਰ 7 to 14 ਬੇਸਿਕ ਨੇਚਰ ਦੱਸਦਾ ਹੈ। ਔਰ ਜਿਹੜਾ 7 ਹੈ ਇਹ ਨਿਊਟਰਲ ਪੁਆਇੰਟ ਹੈ pH ਸੋਲਿਊਸ਼ਨ ਦਾ, ਜਿਵੇਂ ਕਿ ਸੋਲਟਸ ਹੁੰਦੇ ਨੇ ਉਹ ਨਿਊਟਰਲ ਹੁੰਦੇ ਨੇ। ਠੀਕ ਹੈ, ਹੁਣ 7 ਤੋਂ ਜਿੰਨਾ ਨੀਚੇ ਜਾਈ ਜਾਵਾਂਗੇ ਉਨਾ ਐਸਿਡ ਦੀ ਨੇਚਰ ਸਟਰੋਂਗ ਹੋਏਗੀ। ਮਤਲਬ ਸਪੋਜ਼ ਉਰੇ ਕੋਈ 6 ਵਾਲਾ ਐਸਿਡ ਹੈ, ਉਰੇ ਕੋਈ 2 ਵਾਲਾ ਐਸਿਡ ਹੈ, ਤਾਂ 2 ਵਾਲਾ ਐਸਿਡ ਜ਼ਿਆਦਾ ਸਟਰੋਂਗ ਹੋਏਗਾ, 6 ਵਾਲਾ ਵੀਕ ਐਸਿਡ ਹੋਏਗਾ। ਐਵੇਂ ਹੀ ਜਦੋਂ ਆਪਾਂ 7 to 14 ਵੱਲ ਜਾਵਾਂਗੇ, ਇੱਧਰ ਜਾਂਦੇ ਹੋਏ ਆਪਣੀ ਬੇਸ ਦੀ ਸਟਰੈਂਥ ਹੈ ਜਿਹੜੀ ਉਹ ਸਟਰੋਂਗ ਹੁੰਦੀ ਜਾਏਗੀ। ਮਤਲਬ 8 ਵਾਲਾ ਬੇਸ ਹੈ ਜਿਹੜਾ ਉਹ ਵੀਕ ਬੇਸ ਹੋਏਗਾ, 14 ਵਾਲਾ ਜਾਂ 13 ਵਾਲਾ ਸਟਰੋਂਗ ਬੇਸ ਹੁੰਦਾ ਹੈ। ਸਿੰਪਲ ਜਿਹਾ ਮੀਨਿੰਗ ਇਹ ਹੈ ਵੀ 7 ਤੋਂ ਜਿੰਨਾ ਦੂਰ ਹੋਏਗਾ ਐਸਿਡ ਹੈ ਜਾਂ ਬੇਸ ਹੈ ਉਹ ਸਟਰੋਂਗ ਹੋਏਗਾ। ਜਿਹੜਾ 7 ਦੀ ਨਜ਼ਦੀਕ ਵਾਲੀ ਵੈਲਿਊਜ਼ ਹੋਣਗੀਆਂ ਉਹ ਵੀਕ ਐਸਿਡ ਜਾਂ ਵੀਕ ਬੇਸ ਨੂੰ ਦੱਸਣਗੀਆਂ। pH should be thought of simply as a number which indicates the acidic or basic nature of a solution. Higher the hydronium ion concentration, lower the pH value. Higher the hydronium ion concentration मतलब जिन्नी की हाइड्रोनियम आयन्स हाइड्रोजन आयन्स की कॉन्सनट्रेशन ज़्यादा होगी उन्नी pH की वैल्यू घट होगी। ऑबवियसली एसिड स्ट्रोंग हो जाऊगा तो pH स्केल ते घट वैल्यू शो करूँ। The pH of a neutral solution is 7. Value less than 7 on a pH scale represents an acidic solution. As the pH value increases from 7 to 14, it represents an increase in OH ion concentration in the solution. That is, increase in the strength of alkali. Generally, people impregnated with the universal indicator is used for pH. pH scale कुछ इस तरह का होता है जिस तो आप डिफरेंट एसिड्स और बेसिस की pH वैल्यू चेक कर सकते हो। द स्ट्रेंथ ऑफ एसिड्स एंड बेसिस डिपेंड्स अपॉन द नंबर ऑफ H पॉजिटिव आयन्स एंड OH नेगेटिव आयन्स प्रोड्यूस्ड रिस्पेक्टिवली। If we take hydrochloric acid, acetic acid of same concentration, say 1 molar, then these produce different amounts of hydrogen ions. Acids that give rise to more H positive ions are said to be strong acids, and acids that give less H positive ions are said to be weak acids. ਹੁਣ ਜਿਵੇਂ ਹਾਈਡਰੋਕਲੋਰਿਕ ਐਸਿਡ ਹੈ HCl, ਇਹ ਸਭ ਤੋਂ ਸਟਰੋਂਗ ਐਸਿਡ ਹੈ, ਪਰ ਜਿਹੜਾ ਐਸੀਟਿਕ ਐਸਿਡ ਹੈ ਇਹ ਵੀਕ ਐਸਿਡ ਹੈ, ਮਤਲਬ ਇਹ ਘੱਟ H ਪੋਜ਼ਿਟਿਵ ਆਇਨਸ ਬਣਾਉਂਦਾ ਹੈ। ਐਸੀਟਿਕ ਐਸਿਡ ਈਟੇਬਲ ਹੁੰਦਾ, ਪਰ ਜਿਹੜਾ ਹਾਈਡਰੋਕਲੋਰਿਕ ਐਸਿਡ ਹੈ ਇਸਨੂੰ ਆਪਾਂ ਡਾਇਰੈਕਟਲੀ ਟੱਚ ਵੀ ਨਹੀਂ ਕਰ ਸਕਦੇ, ਇਹ ਬਰਨ ਕਰਦਾ, ਇੰਨਾ ਸਟਰੋਂਗ ਹੁੰਦਾ। ਹੁਣ ਦੇਖੋ ਇੰਪੋਰਟੈਂਸ ਆਫ pH ਇਨ ਐਵਰੀਡੇ ਲਾਈਫ। ਹੁਣ ਆ ਜਿਹੜੀ pH ਵੈਲਿਊਜ਼ ਨੇ ਇਹ ਆਪਾਂ ਨੂੰ ਰੂਟੀਨ ਦੇ ਵਿੱਚ ਕਿੱਥੇ ਕਿੱਥੇ ਕੰਮ ਆਉਂਦੀਆਂ ਨੇ। ਆਰ ਪਲਾਂਟਸ ਐਂਡ ਐਨੀਮਲਸ pH ਸੈਂਸਿਟਿਵ। ਦੇਖੋ ਆਰ ਬੋਡੀ ਵਰਕਸ ਵਿਦਿਨ ਦਾ pH ਰੇਂਜ ਆਫ 7 to 7.8। ਜਿਹੜੀ ਹਿਊਮਨ ਬੋਡੀ ਹੈ ਉਹਦੀ pH ਵੈਲਿਊ ਕਿੰਨੀ ਹੁੰਦੀ ਹੈ 7 to 7.8। ਮਤਲਬ ਆਪਣੀ ਬੋਡੀ ਹਲਕੀ ਜੀ ਬੇਸਿਕ ਨੇਚਰ ਦੀ ਹੁੰਦੀ ਹੈ। ਜਿਹੜੇ ਆਪਣੇ ਜੂਸਿਸ ਹੁੰਦੇ ਨੇ ਸਟਮਕ ਦੇ ਵਿੱਚ ਕੈਮੀਕਲਸ ਹੁੰਦੇ ਨੇ ਉਹ ਹਲਕੀ ਬੇਸਿਕ ਨੇਚਰ ਦੇ ਹੁੰਦੇ ਨੇ। ਲਿਵਿੰਗ ਆਰਗੈਨਿਜ਼ਮਸ ਕੈਨ ਸਰਵਾਈਵ ਓਨਲੀ ਇਨ ਅ ਨੈਰੋ ਰੇਂਜ ਆਫ pH ਚੇਂਜ। When pH of rainwater is less than 5.6, it is called acid rain. 5.6 pH value ਤੋਂ ਨੀਚੇ ਦੀ ਜਿਹੜੀ ਰੇਨ ਹੁੰਦੀ ਹੈ ਉਹਨੂੰ ਕੀ ਕਿਹਾ ਜਾਂਦਾ ਹੈ acid rain. When acid rain flows into the rivers, it lowers the pH of river water. The survival of aquatic life in such rivers becomes difficult. ਹੁਣ ਜਿਹੜੀ aquatic life ਹੈ ਉਹ ਐਸਿਡਿਕ ਨੇਚਰ ਦੇ ਜਿਹੜਾ ਵਾਟਰ ਹੁੰਦਾ ਪਾਣੀ ਹੁੰਦਾ ਉਸ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੀ। ਦੈਟ ਇਜ਼ ਵਾਈ ਜਿਹੜੀ ਐਸਿਡ ਰੇਨ ਹੁੰਦੀ ਹੈ ਇਹ ਹਾਰਮਫੁਲ ਹੁੰਦੀ ਹੈ ਲਿਵਿੰਗ ਆਰਗੈਨਿਜ਼ਮਸ ਲਈ। ਵਟ ਇਜ਼ ਦਾ pH ਆਫ ਸੋਇਲ ਇਨ ਯੋਰ ਬੈਕਯਾਰਡ। ਹੁਣ ਸੋਇਲ ਦੀ ਕਿੰਨੀ pH ਰੇਂਜ ਨੋਰਮਲ ਹੈ ਦੇਖੋ। ਪਲਾਂਟਸ ਰਿਕੁਆਇਰ ਅ ਸਪੈਸੀਫਿਕ pH ਰੇਂਜ ਫॉर देयर हेल्दी growth. To find out the pH required for the healthy growth of a plant, you can collect the soil from various places and check the pH in the manner described below in activity 2.12. Also, you can note down which plants are growing in the region from which you have collected the soil. Activity देखो, put 2 gram soil in a test tube and add 5 ml of water to it. Shake the contents of the test tube. Filter the contents and collect the filtrate in a test tube. Check the pH of this filtrate with the help of universal indicator paper.
What do you conclude about the ideal soil pH for the growth of plants in your region? ਪੰਜਾਬ ਦੇ ਵਿੱਚ ਸੋਇਲ ਦੀ pH ਯੂਜੂਲੀ ਹਲਕੀ ਜਿਹੀ ਬੇਸਿਕ ਹੁੰਦੀ ਹੈ 7 to 8 ਰੇਂਜ ਦੀ pH ਆਪਾਂ ਨੂੰ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਮਿਲਦੀ ਹੈ। ਅੱਗੇ ਦੇਖੋ pH ਇਨ ਆ ਡਾਈਜੈਸਟਿਵ ਸਿਸਟਮ। ਹੁਣ ਆਪਣੀ ਬੋਡੀ ਦੇ ਅੰਦਰ ਆਪਣੇ ਸਟਮਕ ਦੇ ਵਿੱਚ ਜਿਹੜੇ ਕੈਮੀਕਲਸ ਨੇ ਉਹਨਾਂ ਦੀ pH ਕਿੰਨੀ ਹੁੰਦੀ ਹੈ। ਇਟ ਇਜ਼ ਵੈਰੀ ਇੰਟਰਸਟਿੰਗ ਟੂ ਨੋਟ ਦੈਟ ਆਰ ਸਟਮਕ ਪ੍ਰੋਡਿਊਸਿਸ ਹਾਈਡਰੋਕਲੋਰਿਕ ਐਸਿਡ HCl ਆਪਣੇ ਸਟਮਕ ਪ੍ਰੋਡਿਊਸ ਕਰਦਾ ਹੈ। ਇਟ ਹੈਲਪਸ ਇਨ ਦ ਡਾਈਜੈਸ਼ਨ ਆਫ ਫੂਡ ਵਿਦਾਊਟ ਹਾਰਮਿੰਗ ਦ ਸਟਮਕ। During indigestion, the stomach produces too much acid and this causes pain and irritation. To get rid of this pain, people use bases called antacids. ਆਪਾਂ ਜਿਹਨੂੰ ਕਹਿੰਦੇ ਐਸਿਡਿਟੀ ਹੋ ਗਈ ਓਵਰ ਈਟਿੰਗ ਦੇ ਕਰਕੇ ਜਾਂ ਇੰਡਾਈਜੈਸ਼ਨ ਦੇ ਕਰਕੇ, ਖਾਣਾ ਡਾਈਜੈਸਟ ਨਾ ਹੋਣ ਦੇ ਕਰਕੇ ਐਸਿਡਿਟੀ ਹੋ ਜਾਂਦੀ ਹੈ। ਐਸਿਡਿਟੀ ਕਿਉਂ ਹੁੰਦੀ ਹੈ? ਕਿਉਂਕਿ ਐਸਿਡ HCl ਜ਼ਿਆਦਾ ਬਣ ਜਾਂਦਾ ਬੋਡੀ ਦੇ ਵਿੱਚ, ਜਿਹਦੇ ਕਰਕੇ ਆਪਾਂ ਨੂੰ ਕੀ ਲੈਣਾ ਪੈਂਦਾ ਐਂਟਾਸਿਡਸ। ਐਂਟਾਸਿਡਸ ਕੀ ਹੁੰਦੇ ਨੇ? ਬੇਸਿਸ ਹੁੰਦੇ ਨੇ। ਜਿਵੇਂ ਆਪਾਂ ਕਾਮਨਲੀ ਤੁਸੀਂ ਇਨੋ ਯੂਜ਼ ਕਰਦੇ ਹੋ। ਇਨੋ ਕੀ ਇੱਕ ਤਰ੍ਹਾਂ ਦਾ ਬੇਸ ਹੈ ਜਿਹੜਾ ਕਿ ਐਸਿਡਿਟੀ ਯਾਨੀ ਐਕਸੈਸ ਐਸਿਡ ਨੂੰ ਬੋਡੀ ਦੇ ਵਿੱਚੋਂ ਖ਼ਤਮ ਕਰ ਦਿੰਦਾ। ਜਦੋਂ ਆਪਾਂ ਐਸਿਡ ਨੂੰ ਬੇਸ ਦੇ ਨਾਲ ਰਿਐਕਟ ਕਰਵਾਉਣਾ ਕੀ ਹੁੰਦਾ? ਨਿਊਟਰਲਾਈਜੇਸ਼ਨ। ਉਹ ਇੱਕ ਦੂਸਰੇ ਦਾ ਇਫੈਕਟ ਖ਼ਤਮ ਕਰਕੇ ਰਿਲੀਫ ਦੇ ਦਿੰਦੇ ਨੇ। One such remedy must have been suggested by you at the beginning of this chapter. These antacids neutralize the excess acid. Magnesium hydroxide, milk of magnesia, amide base, is often used for this purpose. pH change as the cause of tooth decay. Tooth decay starts when the pH of mouth is lower than 5.5. अगर थोड़े mouth दी pH 5.5 ਤੋਂ ਘੱਟ ਜੇ ਯਾਨੀ ਕਿ ਐਸਿਡਿਕ ਹੋ ਜੇ ਤਾਂ ਕੀ ਹੁੰਦਾ? ਟੂਥ ਡੀਕੇ ਮੀਨਸ ਜਿਹੜੇ ਦੰਦ ਹੁੰਦੇ ਨੇ ਉਹ ਭੁਰਨਾ ਸ਼ੁਰੂ ਕਰ ਦਿੰਦੇ ਨੇ। ਟੂਥ ਇਨੈਮਲ ਮੇਡ ਅਪ ਆਫ ਕੈਲਸ਼ੀਅਮ ਹਾਈਡਰੋਜ਼ਾਈਪੇਟਾਈਡ a crystalline form of calcium phosphate is the hardest substance in the body. It does not dissolve in water but is corroded when pH in mouth is below 5.5. Bacteria present in the mouth produce acid by degradation of sugar and food particles remaining in the mouth after eating. The best way to prevent this is to clean the mouth after eating food. Using toothpaste which are generally basic for cleaning teeth can neutralize the excess acid and prevents tooth decay. ਇਹ ਜਿਹੜਾ ਐਸਿਡ ਹੈ ਇਹ ਜਿਵੇਂ ਆਪਣੇ ਟੀਥ ਦੇ ਵਿੱਚ ਜਿਹੜਾ ਖਾਣਾ ਫਸਿਆ ਰਹਿ ਜਾਂਦਾ ਉਹਨਾਂ ਦੇ ਕਰਕੇ ਬਣਦਾ। ਇਸ ਦੇ ਲਈ ਜਿਹੜੇ ਟੂਥਪੇਸਟ ਹੁੰਦੇ ਨੇ ਇਹ ਜਨਰਲੀ ਮੋਸਟਲੀ ਟੂਥਪੇਸਟ ਬੇਸਿਕ ਹੀ ਹੁੰਦੇ ਨੇ ਤਾਂ ਕਿ ਜਿਹੜਾ ਐਸਿਡ ਹੁੰਦਾ ਇਹਨੂੰ ਨਿਊਟਰਲਾਈਜ਼ ਕਰ ਸਕਣ ਔਰ ਟੀਥ ਨੂੰ ਨੁਕਸਾਨ ਨਾ ਹੋਵੇ। Self defense by animals and plants through chemical warfare. Have you ever been stung by a honeybee? Bee sting leaves an acid which causes pain and irritation. Use of mild base like baking soda on the stung area gives relief. Stinging hair of nettle leaves inject methanoic acid causing burning pain. ਹੁਣ ਜਿਹੜੀ ਬੀ ਸਟਿੰਗ ਹੁੰਦੀ ਹੈ ਜਿਵੇਂ ਕਿ ਹਨੀ ਬੀ ਦੀ ਅਗਰ ਕਿਸੇ ਨੂੰ ਪ੍ਰਿੰਟ ਲੱਗ ਜੇ ਤਾਂ ਆਪਾਂ ਉਸ ਦੇ ਉੱਪਰ ਕੀ ਕਰ ਸਕਦੇ ਹਾਂ? ਬੇਕਿੰਗ ਸੋਡਾ ਲਗਾ ਸਕਦੇ ਹਾਂ। ਬੇਕਿੰਗ ਸੋਡਾ ਕੀ ਹੈ? ਬੇਸ ਹੈ। ਜਿਹੜੀ ਬੀ ਸਟਿੰਗ ਦੇ ਵਿੱਚ ਕੈਮੀਕਲ ਹੁੰਦਾ ਉਹ ਕੀ ਹੁੰਦਾ? ਐਸਿਡ ਹੁੰਦਾ। ਬੇਸ ਹੈ ਜਿਹੜਾ ਉਸ ਐਸਿਡ ਦਾ ਇਫੈਕਟ ਖ਼ਤਮ ਕਰਕੇ ਤੁਹਾਨੂੰ ਪੇਨ ਤੋਂ ਰਿਲੀਫ ਦਿੰਦਾ। ਠੀਕ ਹੈ, ਇਹ ਸੀ ਆਪਣਾ ਅੱਜ ਦਾ ਟੌਪਿਕ। ਆਈ ਹੋਪ ਤੁਹਾਨੂੰ ਇੱਥੇ ਤੱਕ ਚੈਪਟਰ ਸਮਝ ਆ ਗਿਆ ਹੋਏਗਾ। ਥੈਂਕ ਯੂ।